ਗੁੱਡ ਮਾਰਨਿੰਗ ਸਟੂਡੈਂਟਸ, ਵੈਲਕਮ ਟੂ ਪੰਜਾਬੀ ਕਲਾਸ। ਅੱਜ ਅਸੀਂ 10ਵੀਂ ਜਮਾਤ ਦੇ ਵਿਆਕਰਣ ਵਿਸ਼ੇ ਦੇ ਟੌਪਿਕ ਕਿਰਿਆ ਵਿਸ਼ੇਸ਼ਣ ਇਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੀ ਪਰਿਭਾਸ਼ਾ ਵੇਖਦੇ ਹਾਂ। ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਠੀਕ ਹੈ, ਜਿਵੇਂ ਪੂਜਾ ਬਹੁਤ ਸੁਰੀਲਾ ਗਾਉਂਦੀ ਹੈ, ਰਾਮ ਬਹੁਤ ਤੇਜ਼ ਦੌੜਦਾ ਹੈ। ਹੁਣ ਇਹਨਾਂ ਵਾਕਾਂ ਵਿੱਚ ਬਹੁਤ ਸੁਰੀਲਾ ਜਿਹੜਾ ਸ਼ਬਦ ਹੈ ਉਹ ਗਾਉਂਦੀ ਯਾਨੀ ਗਾਉਣ ਦੀ ਵਿਸ਼ੇਸ਼ਤਾ ਹੈ ਕਿ ਪੂਜਾ ਕਿਸ ਤਰ੍ਹਾਂ ਗਾਉਂਦੀ ਹੈ। ਇਸ ਤੋਂ ਬਾਅਦ ਜਿਹੜਾ ਦੂਜਾ ਸਾਡਾ ਵਾਕ ਹੈ, ਰਾਮ ਬਹੁਤ ਤੇਜ਼ ਦੌੜਦਾ ਹੈ। ਇਹਦੇ ਵਿੱਚ ਹੁਣ ਦੌੜਨਾ ਜਿਹੜਾ ਹੈ ਉਹ ਕਿਰਿਆ ਹੈ ਤੇ ਤੇਜ਼ ਉਸ ਕਿਰਿਆ ਦੀ ਵਿਸ਼ੇਸ਼ਤਾ ਹੈ ਤੇ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਿਰਿਆ ਵਿਸ਼ੇਸ਼ਣ। ਹੁਣ ਅਸੀਂ ਇਹਦੇ ਭੇਦਾਂ ਬਾਰੇ ਗੱਲ ਕਰਾਂਗੇ। ਕਿਰਿਆ ਵਿਸ਼ੇਸ਼ਣ ਦੇ ਕੁੱਲ ਕਿੰਨੇ ਭੇਦ ਹਨ? 8 ਯਾਨੀ 8। ਸਭ ਤੋਂ ਪਹਿਲਾ ਭੇਦ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ। ਕਾਲ ਭਾਵ ਸਮਾਂ, ਟਾਈਮ। ਠੀਕ ਹੈ, ਜਿਹੜੇ ਸ਼ਬਦ ਕਿਰਿਆ ਦੇ ਹੋਣ ਦੇ ਸਮੇਂ ਬਾਰੇ ਜਾਣਕਾਰੀ ਦਿੰਦੇ ਹਨ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਭਾਵ ਕਿ ਜਿਹੜੀ ਸਾਡੀ ਕਿਰਿਆ ਹੋ ਰਹੀ ਹੈ ਉਹ ਕਿਸ ਸਮੇਂ ਹੋ ਰਹੀ ਹੈ, ਇਸ ਨੂੰ ਅਸੀਂ ਕੀ ਕਹਾਂਗੇ? ਕਾਲਵਾਚਕ ਕਿਰਿਆ ਵਿਸ਼ੇਸ਼ਣ। ਹੁਣ ਅਸੀਂ ਇਹਦੀ ਉਦਾਹਰਣ ਵੇਖਦੇ ਹਾਂ। ਸੁਰਿੰਦਰ ਸਵੇਰੇ ਹੀ ਘਰ ਗਿਆ। ਹੁਣ ਇਸ ਵਾਕ ਵਿੱਚ ਘਰ ਜਾਣਾ ਕੀ ਹੈ? ਕਿਰਿਆ। ਤੇ ਕਦੋਂ? ਠੀਕ ਹੈ, ਕਾਲ ਮਤਲਬ ਕਿਸ ਟਾਈਮ? ਸਵੇਰੇ। ਇਹ ਕੀ ਹੈ? ਉਸਦਾ ਕਿਰਿਆ ਵਿਸ਼ੇਸ਼ਣ। ਇਸ ਤੋਂ ਬਾਅਦ ਇੱਕ ਹੋਰ ਵਾਕ ਹੈ, ਪਿਤਾ ਜੀ ਹਰ ਰੋਜ਼ ਕਸਰਤ ਕਰਦੇ ਹਨ। ਕਸਰਤ ਕਰਨਾ ਕਿਰਿਆ ਤੇ ਹਰ ਰੋਜ਼ ਕੀ ਹੈ? ਉਸਦਾ ਸਮਾਂ। ਇਸ ਤੋਂ ਬਾਅਦ ਸਾਡਾ ਦੂਜਾ ਭੇਦ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਸਥਾਨ ਭਾਵ ਪਲੇਸ, ਕਿ ਕਿਹੜੀ ਜਗ੍ਹਾ ਤੇ ਉਹ ਕਿਰਿਆ ਹੋ ਰਹੀ ਹੈ। ਜਿਹੜੇ ਸ਼ਬਦ ਕਿਰਿਆ ਦੇ ਹੋਣ ਦੇ ਸਥਾਨ ਬਾਰੇ ਜਾਣਕਾਰੀ ਦੇਣ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਦੇਖੋ ਇੱਥੇ ਇਹਦਾ ਜਿਹੜਾ ਪਰਿਭਾਸ਼ਾ ਦਿੱਤੀ ਗਈ ਹੈ ਉਸ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਜਿਹੜੀ ਸਾਡੀ ਕਿਰਿਆ ਹੈ ਉਹ ਕਿਹੜੀ ਥਾਂ 'ਤੇ ਹੋ ਰਹੀ ਹੈ। ਉਸ ਬਾਰੇ ਜਿਹੜੇ ਸ਼ਬਦ ਜਾਣਕਾਰੀ ਦਿੰਦੇ ਹਨ ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਬੱਚੇ ਕਮਰੇ ਵਿੱਚ ਆ ਗਏ। ਹੁਣ ਇੱਥੇ ਆ ਜਾਣਾ ਕਿਰਿਆ ਤੇ ਕਮਰਾ, ਜਿਹੜੇ ਕਮਰੇ ਵਿੱਚ ਆ ਗਏ ਯਾਨੀ ਕਮਰਾ ਜਿਹੜਾ ਹੈ ਉਹ ਹੈ ਸਥਾਨ। ਤੁਸੀਂ ਬਾਗ ਵਿੱਚ ਖੇਡਣ ਜਾਓ। ਹੁਣ ਖੇਡਣ ਜਾਣਾ ਇੱਥੇ ਕਿਰਿਆ ਹੈ ਤੇ ਬਾਗ ਕੀ ਹੈ? ਸਥਾਨ। ਤੇ ਇਹ ਕੀ ਬਣ ਗਿਆ? ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਇਸ ਤੋਂ ਬਾਅਦ ਸਾਡਾ ਅਗਲਾ ਭਾਗ ਨੰਬਰ 3 ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਯਾਨੀ ਸੰਖਿਆ, ਕਾਊਂਟ। ਠੀਕ ਹੈ, ਜਿਹੜੇ ਸ਼ਬਦ ਕਿਰਿਆ ਦੀ ਸੰਖਿਆ ਦੱਸਦੇ ਹਨ ਉਹਨਾਂ ਨੂੰ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਯਾਨੀ ਕਿੰਨੇ ਹਨ, ਕਾਊਂਟ ਦੱਸਣਾ, ਸੰਖਿਆ ਦੱਸਣਾ। ਉਸਨੇ 2 ਕੇਲੇ ਖਾਧੇ। ਹੁਣ ਇੱਥੇ ਖਾਣਾ ਕੀ ਹੈ? ਕਿਰਿਆ। ਤੇ ਕਿੰਨੇ ਖਾਧੇ? 2। 2 ਕੀ ਹੋ ਗਿਆ? ਸੰਖਿਆ ਉਸਦੀ। ਨੈਕਸਟ ਦੇਖੋ, ਸੀਤਾ 5 ਸੂਟ ਲਿਆਈ। ਹੁਣ ਲਿਆਉਣਾ ਕੀ ਹੈ? ਕਿਰਿਆ। ਤੇ ਕਿੰਨੇ ਲਿਆਈ? 5। ਤੇ 5 ਕੀ ਹੈ? ਗਿਣਤੀ ਉਸਦੀ। ਇਹਨੂੰ ਅਸੀਂ ਕਹਾਂਗੇ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ। ਨੈਕਸਟ ਭੇਦ ਹੈ ਇਹਦਾ ਮਿਣਤੀਵਾਚਕ। ਹੁਣ ਮਿਣਤੀਵਾਚਕ ਵਿੱਚ ਵੀ ਕਿੰਨੇ ਹੀ ਹੁੰਦਾ ਹੈ, ਪਰ ਗਿਣਤੀ ਅਸੀਂ ਇੱਕ ਪ੍ਰੋਪਰ ਨੰਬਰ ਦਿੰਦੇ ਹਾਂ, ਇੱਕ ਕਾਊਂਟ ਹੁੰਦਾ ਹੈ। ਤੇ ਜਿਹੜੀ ਮਿਣਤੀ ਹੈ ਉਸ ਵਿੱਚ ਪ੍ਰੋਪਰ ਕਾਊਂਟ ਨਾ ਹੋ ਕਰਕੇ ਉਸ ਦਾ ਮਾਪ ਤੋਲ ਦੱਸਿਆ ਜਾਂਦਾ ਹੈ। ਠੀਕ ਹੈ, ਜਿਹੜੇ ਸ਼ਬਦ ਕਿਰਿਆ ਦਾ ਮਾਪਦੰਡ ਦੱਸਣ ਉਸ ਨੂੰ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿ ਜਿਹੜੀ ਚੀਜ਼ ਹੈ ਉਹ ਕਿੰਨੀ ਹੈ, ਉਹਨੂੰ ਸਿਰਫ ਅਸੀਂ ਤੋਲ ਕੇ ਜਾਂ ਮਾਪ ਕੇ ਹੀ ਦੱਸ ਸਕਦੇ ਹਾਂ।
ਅਸੀਂ ਉਸ ਦੀ ਜਿਹੜੀ ਸੰਖਿਆ ਹੈ ਉਹ ਨਹੀਂ ਦੱਸ ਸਕਦੇ। ਜਿਵੇਂ ਥੋੜ੍ਹਾ ਭੋਜਨ ਛਕ ਲਓ, ਹੁਣ ਇੱਥੇ ਛਕਣਾ ਕੀ ਹੈ? ਕਿਰਿਆ। ਅਤੇ ਜਿਹੜਾ ਥੋੜ੍ਹਾ ਸ਼ਬਦ ਹੈ ਉਹ ਕੀ ਹੈ? ਮਿਣਤੀ ਵਾਚਕ, ਯਾਨੀ ਥੋੜ੍ਹਾ ਜਿਹਾ ਉਹਦੇ ਵਿੱਚ ਤੁਸੀਂ ਗਿਣ ਨਹੀਂ ਸਕਦੇ ਕਿ ਕਿੰਨਾ। ਇਸ ਤੋਂ ਬਾਅਦ ਵੇਖੋ ਥੋੜ੍ਹਾ ਪਿੱਛੇ ਹੋ ਜਾਓ, ਇੱਥੇ ਪਿੱਛੇ ਹੋਣਾ ਕੀ ਹੈ? ਕਿਰਿਆ, ਅਤੇ ਥੋੜ੍ਹਾ ਕੀ ਹੈ? ਮਿਣਤੀ ਵਾਚਕ। ਇਸ ਨੂੰ ਹੀ ਅਸੀਂ ਕੀ ਕਹਿੰਦੇ ਹਾਂ? ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ। ਇਸ ਤੋਂ ਬਾਅਦ 5ਵਾਂ ਭੇਦ ਹੈ ਸਾਡਾ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ। ਪ੍ਰਕਾਰ ਭਾਵ ਮੈਨਰ, ਕਿ ਜਿਹੜੀ ਕਿਰਿਆ ਹੋ ਰਹੀ ਹੈ ਉਹ ਕਿਸ ਟਾਈਪ ਦੀ ਹੋ ਰਹੀ ਹੈ, ਕਿਸ ਮੈਨਰ ਦੀ ਹੋ ਰਹੀ ਹੈ। ਠੀਕ ਹੈ। ਜਿਹੜੇ ਸ਼ਬਦਾਂ ਨਾਲ ਕਿਰਿਆ ਦੇ ਹੋਣ ਦਾ ਢੰਗ ਭਾਵ ਕਿਸ ਤਰੀਕੇ ਨਾਲ ਉਹ ਕਿਰਿਆ ਹੋ ਰਹੀ ਹੈ ਪਤਾ ਚੱਲਦਾ ਹੈ, ਉਸ ਨੂੰ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਦੇਖੋ ਇਹਦਾ ਉਦਾਹਰਨ, ਬੱਚਾ ਹੌਲੀ ਹੌਲੀ ਤੁਰਦਾ ਹੈ। ਹੁਣ ਇਸ ਵਿੱਚ ਤੁਰਨਾ ਯਾਨੀ ਚੱਲਣਾ ਕੀ ਹੈ? ਕਿਰਿਆ, ਅਤੇ ਉਸ ਦਾ ਪ੍ਰਕਾਰ ਕੀ ਹੈ? ਹੌਲੀ ਹੌਲੀ ਯਾਨੀ ਆਰਾਮ ਨਾਲ। ਇਸ ਤੋਂ ਬਾਅਦ ਅਗਲਾ ਵੇਖੋ, ਉਸਨੇ ਸਹਿਜੇ ਹੀ ਭਾਰ ਚੁੱਕ ਲਿਆ। ਹੁਣ ਭਾਰ ਚੁੱਕਣਾ ਕੀ ਹੈ? ਕਿਰਿਆ। ਸਹਿਜੇ ਮਤਲਬ ਆਰਾਮ ਨਾਲ। ਠੀਕ ਹੈ। ਅਤੇ ਇਹਦੇ ਵਿੱਚ ਸਹਿਜੇ ਕੀ ਹੈ? ਪ੍ਰਕਾਰ, ਕਿ ਕਿਸ ਤਰੀਕੇ ਨਾਲ, ਕਿਸ ਢੰਗ ਨਾਲ ਉਸਨੇ ਭਾਰ ਚੁੱਕਿਆ। ਇਸ ਤੋਂ ਬਾਅਦ ਸਾਡਾ ਨੰਬਰ 6 ਹੈ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ। ਕਾਰਨ ਯਾਨੀ ਰੀਜ਼ਨ, ਕਿਸ ਤਰ੍ਹਾਂ। ਠੀਕ ਹੈ। ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਕੋਈ ਕਾਰਨ ਦੱਸਦੇ ਹਨ, ਉਸ ਨੂੰ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਉਸਨੇ ਮਿਹਨਤ ਨਹੀਂ ਕੀਤੀ ਤਾਂ ਹੀ ਫੇਲ ਹੋ ਗਿਆ। ਹੁਣ ਫੇਲ ਹੋਣਾ ਕੀ ਹੈ? ਕਿਰਿਆ। ਹੁਣ ਇਸ ਨੇ ਫੇਲ ਹੋਣ ਦਾ ਇੱਕ ਕਾਰਨ ਦੱਸਿਆ ਹੈ। ਕੀ ਕਾਰਨ ਹੈ? ਮਿਹਨਤ ਨਾ ਕਰਨਾ। ਠੀਕ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ। ਮਤਲਬ ਕਿਰਿਆ ਦੇ ਹੋਣ ਦਾ ਕੀ ਕਾਰਨ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ। ਮੈਨੂੰ ਬੱਸ ਨਹੀਂ ਮਿਲੀ ਤਾਂ ਮੈਂ ਲੇਟ ਹੋ ਗਿਆ। ਹੁਣ ਲੇਟ ਹੋਣਾ ਕਿਰਿਆ, ਅਤੇ ਲੇਟ ਹੋਣ ਦਾ ਕਾਰਨ ਕੀ ਸੀ? ਬੱਸ ਨਾ ਮਿਲਣਾ। ਇਸ ਤੋਂ ਬਾਅਦ ਨੰਬਰ 7 ਤਾਕੀਦੀ ਵਾਚਕ ਕਿਰਿਆ ਵਿਸ਼ੇਸ਼ਣ। ਹੁਣ ਤਾਕੀਦੀ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਇੱਕ ਪਕਿਆਈ ਕਰਨਾ, ਇੱਕ ਸ਼ੋਰਿਟੀ ਕਰਨਾ, ਉਸ ਨੂੰ ਕਹਿੰਦੇ ਹਾਂ ਤਾਕੀਦੀ ਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਸ਼ਬਦ ਕਿਰਿਆ ਦੀ ਪਕਿਆਈ ਹੋਣ ਦਾ ਬੋਧ ਕਰਾਉਂਦੇ ਹਨ, ਉਸ ਨੂੰ ਤਾਕੀਦੀ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੁਣ ਇਹਦੀ ਉਦਾਹਰਣ ਵੇਖਿਓ, ਤੁਸੀਂ ਇਹ ਮਾੜਾ ਕੰਮ ਉੱਕਾ ਨਹੀਂ ਕਰੋਗੇ, ਮਤਲਬ ਬਿਲਕੁਲ ਨਹੀਂ ਕਰੋਗੇ। ਇਹ ਜਿਹੜਾ ਉੱਕਾ ਸ਼ਬਦ ਹੈ, ਇਹ ਇਸ ਕੰਮ ਦੀ ਯਾਨੀ ਮਾੜੇ ਕੰਮ ਦੀ ਤਾਕੀਦੀ ਕਰ ਰਿਹਾ ਹੈ, ਪੱਕਾ ਕਰ ਰਿਹਾ ਹੈ ਕਿ ਤੁਸੀਂ ਇਹ ਕੰਮ ਬਿਲਕੁਲ ਵੀ ਨਹੀਂ ਕਰਨਾ। ਇਸ ਤੋਂ ਬਾਅਦ ਦੇਖੋ, ਤੁਸੀਂ ਮੇਰੀ ਗੱਲ ਬਿਲਕੁਲ ਨਾ ਭੁੱਲਣਾ। ਭੁੱਲਣਾ ਕੀ ਹੈ? ਕਿਰਿਆ, ਔਰ ਬਿਲਕੁਲ ਨਾ ਭਾਵ ਤਾਕੀਦੀ, ਇੱਕ ਪਕਿਆਈ, ਇੱਕ ਆਰਡਰ ਕਰਨਾ ਜਿਹਨੂੰ ਕਹਿੰਦੇ ਹਨ ਕਿ ਬਿਲਕੁਲ ਹੀ ਇਹ ਕੰਮ ਨਹੀਂ ਕਰਨਾ। ਇਸ ਤੋਂ ਬਾਅਦ ਨੰਬਰ 8 ਜਿਹੜਾ ਸਾਡਾ ਲਾਸਟ ਭੇਦ ਹੈ, ਉਹ ਹੈ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ। ਜਦੋਂ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਣਾ ਹੋਵੇ ਕਿ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ। ਹੁਣ ਇਹਦੀ ਉਦਾਹਰਣ ਵੇਖਿਓ, ਜੀ ਹਾਂ ਤੁਹਾਡੀ ਆਗਿਆ ਸਿਰ ਮੱਥੇ। ਠੀਕ ਹੈ। ਇੱਥੇ ਹਾਂ, ਜੀ ਹਾਂ ਜਿਹੜਾ ਸ਼ਬਦ ਹੈ ਉਹ ਨਿਰਣਾ ਹੈ, ਤੁਹਾਡੀ ਆਗਿਆ ਸਿਰ ਮੱਥੇ। ਇਸ ਤੋਂ ਬਾਅਦ ਅਗਲਾ ਵੇਖੋ, ਜੀ ਨਹੀਂ ਮੈਥੋਂ ਇਹ ਨਹੀਂ ਹੋਣਾ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਹੈ ਨਾ ਹੋਣਾ, ਉਹਦੇ ਵਾਸਤੇ ਉਹਨਾਂ ਦਾ ਨਿਰਣਾ ਕੀ ਹੈ? ਨਾ ਕਰਨ ਦਾ। ਇਸ ਤਰ੍ਹਾਂ ਅਸੀਂ ਕਿਰਿਆ ਦੇ 8 ਭੇਦਾਂ ਨੂੰ ਮਿਲਾ ਕੇ ਕਿਰਿਆ ਦੀ ਕੋਈ ਵੀ ਜਿਹੜੀ ਐਕਸਰਸਾਈਜ਼ ਹੈ ਉਸ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਧੰਨਵਾਦ। ਹੈਵ ਅ ਗ੍ਰੇਟ ਡੇ।